Hope you all are doing well. And today, in this cue card, we are going to talk about a new cue card that is describe a person who contributes to the society. And there are some cues of this cue card, that is who this person is, how you knew him or her, what type of work he or she does, and explain why you think he or she contributes to the society. ਸੋ ਇਸ ਕਿਊ ਕਾਰਡ ਦੇ ਵਿੱਚ ਆਪਾਂ ਇੱਕ ਐਸੇ ਪਰਸਨ ਦੀ ਗੱਲ ਕਰਨੀ ਹੈ ਜਿਹੜੀ ਕਿ ਸੁਸਾਇਟੀ ਦੇ ਵਿੱਚ ਕੰਟਰੀਬਿਊਟ ਕਰਦਾ ਹੈ ਜਾਂ ਕਰਦੀ ਹੈ। ਸੋ ਸਭ ਤੋਂ ਪਹਿਲਾਂ ਆਪਾਂ ਇੱਕ ਜਨਰਲ ਸਟੇਟਮੈਂਟ ਦੇ ਨਾਲ ਸਟਾਰਟ ਕਰਾਂਗੇ ਕਿ ਕਿਸ ਤਰ੍ਹਾਂ ਆਪਾਂ ਇੱਕ ਜੋ ਕਿਊ ਕਾਰਡ ਹੈ ਉਸ ਨੂੰ ਜ਼ਿਆਦਾ ਇੰਪ੍ਰੈਸਿਵ ਬਣਾਉਣ ਲਈ ਉਹਦੇ ਵਿੱਚ ਆਪਾਂ ਇੱਕ ਜਨਰਲ ਸਟੇਟਮੈਂਟ ਐਡ ਕਰਨੀ ਹੈ। ਸੋ ਯੂ ਕੁਡ ਸੀ ਹੀਅਰ ਇੰਡੀਵਿਜੂਅਲਸ ਹੂ ਆਰ ਸਿੰਪੈਥੈਟਿਕ delicate and caring are more able to help other people ਕਿ ਜਿਹੜੇ ਲੋਕੀ sympathetic ਹੁੰਦੇ ਆ ਡੈਲੀਕੇਟ ਹੁੰਦੇ ਆ ਤੇ ਕੇਅਰਿੰਗ ਹੁੰਦੇ ਆ ਉਹ ਜ਼ਿਆਦਾ ਏਬਲ ਹੁੰਦੇ ਆ ਉਹ ਜ਼ਿਆਦਾ ਹੈਲਪ ਕਰਦੇ ਆ ਲੋਕਾਂ ਦੀ ਥੀਸ ਕੁਆਲਿਟੀਜ਼ ਆਰ ਵਟ ਦੇ ਹੈਵ ਸੀਨ ਐਂਡ ਗੇਨਡ ਫਰੋਮ ਦੇਅਰ ਪੇਰੈਂਟਸ ਤੇ ਇਹ ਜਿਹੜੀਆਂ ਕੁਆਲਿਟੀਜ਼ ਹੈਗੀਆਂ ਉਹ ਆਪਦੇ ਪੇਰੈਂਟਸ ਤੋਂ ਲੈਂਦੇ ਆ ਐਜੂਕੇਟਰਸ ਤੋਂ ਲੈਂਦੇ ਆ ਐਂਡ ਅਦਰ ਅਰਾਊਂਡ ਦੈਮ ਵਾਈਲ ਦੇ ਆਰ ਗਰੋਇੰਗ ਅਪ ਤੇ ਦੂਸਰੇ ਲੋਕਾਂ ਤੋਂ ਜਿਹੜੇ ਉਹਨਾਂ ਦੇ ਆਸ-ਪਾਸ ਹੁੰਦੇ ਜਦੋਂ ਉਹ ਗਰੋ ਕਰਦੇ ਆ। Here I would like to talk about Ratan Tata, who is the current chairman of Tata Sons कि मैं रतन टाटा ਦੀ ਗੱਲ ਕਰਨ ਜਾਊਂਗੀ ਜਿਹੜਾ ਕਿ Tata Sons the current chairman है and the son of Jamshedji Tata. As he born into the Tata family ਜਿਵੇਂ ਕਿ ਉਹ Tata family ਦੇ ਵਿੱਚ ਉਹਦਾ birth ਹੋਇਆ ਹੈ he learned the value of difficult work and need of a solid hard working attitude. ਉਹਨੇ ਕੀ ਸਿੱਖਿਆ he learned ਉਹਨੇ ਸਿੱਖਿਆ ਕਿ difficult ਕੰਮ ਦੀ ਜਿਹੜੀ hard work ਹੈ ਜਿਹੜਾ ਉਹਦੀ ਕੀ value ਹੈ ਤੇ ਜਿਹੜਾ working attitude ਹੈ hard ਵਰਕਿੰਗ ਐਟੀਟਿਊਡ ਆ ਤੇ ਜਿਹੜਾ ਸਟਰਗਲ ਹੈਗਾ ਉਹਦੀ ਕੀ ਜ਼ਰੂਰਤ ਹੈ ਆਪਣੀ ਜ਼ਿੰਦਗੀ ਦੇ ਵਿੱਚ ਦੈਟ ਵਿਦਆਊਟ ਥੀਸ ਟ੍ਰੇਟਸ ਕਿ ਇਹਨਾਂ ਗੁਣਾਂ ਤੋਂ ਬਿਨਾ ਔਰ ਐਟਰੀਬਿਊਟਸ ਤੋਂ ਬਿਨਾ ਇਹ ਪਰਸਨ ਕਾਂਟ ਰੀਚ ਔਨ ਦਾ ਪਿਨਾਕਲ ਆਫ ਸਕਸੈਸ ਇੱਕ ਬੰਦਾ ਜਿਹੜਾ ਉਹ ਸਕਸੈਸ ਦੇ ਸ਼ਿਖਰ ਤੱਕ ਨਹੀਂ ਪਹੁੰਚ ਸਕਦਾ। ਪਿਨਾਕਲ ਮੀਨਸ ਸ਼ਿਖਰ। another worth important fact that brightens his personality ਦੂਸਰਾ ਜਿਹੜਾ most important fact ਹੈ ਜਿਹੜਾ ਕਿ ਉਹਦੀ personality ਨੂੰ ਹੋਰ ਜ਼ਿਆਦਾ brightens ਕਰ ਦਿੰਦਾ ਹੈ he never underestimated his income and at 75 years old he is still effectively following his enthusiasm ਕਿ ਕਦੇ ਵੀ ਉਹਨੇ ਆਪਣੀ ਇਨਕਮ ਦਾ ਜਿਹੜਾ ਹੈ ਸ਼ੋ ਆਫ ਨਹੀਂ ਕੀਤਾ ਤੇ 75 ਇਅਰਸ ਦੀ ਏਜ ਵਿੱਚ ਹਜੇ ਵੀ ਉਹ ਇਹ ਬੜੇ ਹੀ ਇਫੈਕਟਿਵਲੀ ਇਸ ਨੂੰ ਮਤਲਬ ਆਪਦੇ ਇੰਥੂਜ਼ੀਅਮ ਬੜੇ ਹੀ ਇੰਥੂਜ਼ੀਆਜ਼ਮ ਦੇ ਨਾਲ ਉਹ ਕੰਮ ਕਰਦਾ ਹੈ। ਸਰ ਰਤਨ ਟਾਟਾ ਡੈਡੀਕੇਟਡ ਹਿਜ਼ ਲਾਈਫ ਟੂ ਫਰਦਰ ਡਿਵੈਲਪਿੰਗ ਸੋਸਾਇਟੀ ਕਿ ਉਹਨੇ ਆਪਦੀ ਲਾਈਫ ਡੈਡੀਕੇਟ ਕਰਤੀ ਹੈ ਕਿ ਅੱਗੇ ਉਹ ਸੋਸਾਇਟੀ ਨੂੰ ਡਿਵੈਲਪ ਕਰੂਗਾ ਐਂਡ ਡਰਾਈਵਿੰਗ ਦਾ ਟਾਟਾ ਗਰੁੱਪ ਆਫ ਕੰਪਨੀਜ਼ ਟੂ ਐਕਸਟਰਾ ਆਰਡੀਨਰੀ ਸਟੇਚਰਸ ਤੇ ਦੂਸਰੇ ਉਹਨੇ ਕੀ ਹੈ ਟਾਟਾ ਗਰੁੱਪ ਆਫ ਕੰਪਨੀਜ਼ ਨੂੰ ਡਰਾਈਵ ਕਰ ਰਿਹਾ ਇੱਥੇ ਡਰਾਈਵ ਮੀਨਸ ਉਸ ਨੂੰ ਅੱਗੇ ਕਰ ਰਿਹਾ ਲੀਡ ਕਰ ਰਿਹਾ ਤਾਂ ਕਿ ਉਹ ਸ਼ਿਖਰ ਤੇ ਪਹੁੰਚ ਸਕੇ। Last week I was reading the magazine of top 5 entrepreneurs. Then I read about him from his childhood to present. मैं किया कि last week मैं magazine पढ़ रही सी top 5 entrepreneurs दी like businessman दी ते उदों मैं इन्हां दे बारे पढ़िया इन्हां दे बचपन तो लैके अज तक दा मैं सफ़र पढ़िया। Mr. Ratan Tata is involved with the number of well-known environmental non-governmental organizations कि ਜਿਹੜੇ ਰਤਨ ਟਾਟਾ ਹੈਗੇ ਆ ਉਹ ਬਹੁਤ ਸਾਰੇ non ਗਵਰਨਮੈਂਟਲ ਆਰਗੇਨਾਈਜੇਸ਼ਨਸ ਜਿਹੜੇ ਕਿ ਇਨਵਾਇਰਨਮੈਂਟ ਤੋਂ ਰਿਲੇਟਡ ਹੈ ਉਹਨਾਂ ਦੇ ਵਿੱਚ ਇਨਵੋਲਵ ਹਨ। Furthermore, almost 65% of his stock is held in trustees ਕਿ 65% ਜਿਹੜੇ ਉਹਦੇ ਸਟਾਕ ਹੈਗੇ ਉਹ ਟਰਸਟੀਜ਼ ਨੂੰ ਜਾਂਦੇ ਲਾਈਕ ਚੈਰੀਟੇਬਲ ਆਰਗੇਨਾਈਜੇਸ਼ਨਸ ਨੂੰ ਜਾਂਦੇ ਆ। The Tata Education and Development Trust established a 28 million Tata Scholarship Fund ਇੰਨੇ ਜ਼ਿਆਦਾ ਅਮਾਉਂਟ ਦੀ ਉਹਨਾਂ ਨੇ ਟਾਟਾ ਸਕਾਲਰਸ਼ਿਪ ਫੰਡ ਦਿੱਤੀ ਗਈ ਹੈ to help Indian university students study abroad ਕਿ ਜਿਹੜੇ ਇੰਡੀਆ ਦੇ ਯੂਨੀਵਰਸਿਟੀ ਸਟੂਡੈਂਟਸ ਆ ਉਹ ਬਾਹਰ ਜਾ ਕੇ ਪੜ੍ਹਾਈ ਕਰ ਸਕਣ। The best thing about him is that ਜਿਹੜੀ ਬੈਸਟ ਥਿੰਗ ਹੈ ਉਹਦੇ ਬਾਰੇ ਉਹ ਇਹ ਹੈ that he isn't restless about fighting for the right objective whether or not he needs to make a lot of sacrifices ਕਿ ਇਹ ਲੋਕਾਂ ਦੇ ਜਿਹੜੇ ਰਾਈਟ ਓਬਜੈਕਟਿਵਸ ਲਾਈਕ ਲੋਕਾਂ ਦੇ ਜਿਹੜੇ ਹੱਕ ਹੈ ਉਹਨਾਂ ਦੇ ਲੜਨ ਦੇ ਪਿੱਛੇ ਉਹਨਾਂ ਵਾਸਤੇ ਲੜਨ ਲਈ ਉਹ ਪਿੱਛੇ ਨਹੀਂ ਹਟਦੇ ਚਾਹੇ ਉਹਨਾਂ ਨੂੰ ਇਹਦੇ ਲਈ ਕਿੰਨੇ ਵੀ ਜ਼ਿਆਦਾ ਸੈਕਰੀਫਾਈਸਿਸ ਕਰਨੇ ਪੈਣ। So all in all he is ideal symbol for youthful age these days ਤਾਂ ਉਹ ਯੂਥ ਜਿਹੜਾ ਅੱਜ ਦਾ ਯੂਥ ਹੈ ਉਹਦੇ ਲਈ ਕੀ ਹੈ ਇੱਕ ਆਈਡਲ
ਆਈਡਲ ਲਾਈਕ ਸਿੰਬਲ ਹੈਗੇ ਆ ਜਾਂ ਇੱਕ ਆਈਡਲ ਪਰਸਨ ਹੈਗੇ ਆ। ਸੋ ਦਿਸ ਇਜ਼ ਆਲ ਅਬਾਊਟ ਟੂਡੇਜ਼ ਕਿਊ ਕਾਰਡ ਐਂਡ ਯੂ ਕੈਨ ਸੀ ਹਾਊ I have written it more precisely, so you should follow the way I have given you to speak or to get more band score. So let's see now the follow-up questions. Our first question is, do people nowadays help others more than in the past? कि आज लोग की past नालों ज़्यादा help करते हैं? So indeed बिल्कुल सच है. I think individuals help each other more now than in the past on the grounds that ਉਹਨਾਂ ਨੇ ਕਿਹਾ ਹੈ ਕਿ ਅੱਜ ਜਿਹੜੇ individuals ਹੈਗੇ ਆ ਉਹ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਇੱਕ ਦੂਜੇ ਦੀ help ਕਰਦੇ ਆ on the grounds that ਕਿਸ ਦੀ ਸਹਾਇਤਾ ਦੇ ਨਾਲ with the helping hand of with the appearance of ਇਨੋਵੇਸ਼ਨ ਬਹੁਤ ਜ਼ਿਆਦਾ ਇਨੋਵੇਸ਼ਨਸ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਆ। ਦੇयर ਆਰ ਸੱਚ ਕਾਊਂਟਲੈਸ ਮੀਡੀਅਮਸ ਬਹੁਤ ਸਾਰੇ ਮੀਡੀਅਮਸ ਹੈ ਅੱਜ ਕੱਲ੍ਹ ਜਿਵੇਂ ਕਿ ਸੋਸ਼ਲ ਮੀਡੀਆ ਹੋ ਗਿਆ ਆਨਲਾਈਨ ਕੈਸ਼ ਹੋ ਗਿਆ ਮੂਵ ਥਰੂ ਵਿਚ ਵੀ ਕੈਨ ਸਟ੍ਰੈਚ ਆਊਟ ਹੈਲਪ ਟੂ ਅਦਰਸ ਟੂ ਜਿਨ੍ਹਾਂ ਦੀ ਸਹਾਇਤਾ ਨਾਲ ਆਪਾਂ ਲੋਕਾਂ ਤੱਕ ਹੈਲਪ ਪਹੁੰਚਾ ਸਕਦੇ ਹਾਂ ਐਜ਼ ਵੈਲ ਐਜ਼ ਫਾਈਂਡ ਇੰਡੀਵਿਜੂਅਲਸ ਹੂ ਨੀਡ ਅਸਿਸਟੈਂਸ ਤੇ ਇਹਨਾਂ ਚੀਜ਼ਾਂ ਨਾਲ ਹੀ ਆਪਾਂ ਉਹਨਾਂ ਲੋਕਾਂ ਨੂੰ ਵੀ ਲੱਭ ਸਕਦੇ ਹਾਂ ਜਿਨ੍ਹਾਂ ਨੂੰ ਹੈਲਪ ਦੀ ਜ਼ਰੂਰਤ ਹੁੰਦੀ ਹੈ not only monetary like not only financially as well as individual can give other sort of help the ਇਹਦੇ ਨਾਲ ਲੋਕੀ ਹੋਰ ਵੀ ਡਿਫਰੈਂਟ ਤਰ੍ਹਾਂ ਦੀਆਂ ਹੈਲਪਸ ਨੂੰ ਦੇ ਸਕਦੇ ਆ ਜਿਵੇਂ ਕਿ ਕਲੀਨਿਕਲ ਹੋ ਗਿਆ ਸਪਲਾਈ ਆਫ ਫੂਡ ਹੋ ਗਿਆ ਐਂਡ ਅਦਰ ਵੋਲੰਟਰਿੰਗ ਹੈਲਪ so this is the precise answer of the first question. Let's move to the second question. Who should teach children to help others? ਜਵਾਕਾਂ ਨੂੰ ਸਿਖਾਉਣਾ ਚਾਹੀਦਾ ਕਿ ਦੂਜਿਆਂ ਦੀ ਹੈਲਪ ਕਰਨੀ ਚਾਹੀਦੀ ਹੈ ਪੇਰੈਂਟਸ ਔਰ ਟੀਚਰਸ both parents and teacher instructors have a responsibility to inculcate ਹੁੰਦਾ ਹੈ instill ਜਾਂ imbibe ਵੀ ਆਪਾਂ ਕਹਿ ਦਿੰਦੇ ਹਾਂ ਕਿ ਦੋਨਾਂ ਦੀ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਉਹ ਜਵਾਕਾਂ ਨੂੰ ਕੀ ਸਿਖਾਉਣੇ ਹੈਲਪਫੁਲ ਨੇਚਰ ਇਨ ਦੇਅਰ ਚਿਲਡਰਨ ਕਿ ਆਪਦੇ ਬੱਚਿਆਂ ਦੇ ਵਿੱਚ ਉਹ ਹੈਲਪਫੁਲ ਨੇਚਰ ਨੂੰ ਸਿਖਾਉਣ ਐਬਸੋਲਿਊਟਲੀ ਇਟ ਇਜ਼ ਦ ਐਕਟ ਆਫ ਸ਼ੋਇੰਗ ਲਵ ਐਂਡ ਕੰਪੈਸ਼ਨ ਟੂ ਅਦਰਸ ਕਿ ਬਿਲਕੁਲ ਸਹੀ ਹੈ ਕਿ ਜਿਹੜੀ ਹੈਲਪਿੰਗ ਹੈਗੀ ਹੈ ਕਿਸ ਟਾਈਪ ਦਾ ਐਕਟ ਹੈ ਇੱਕ ਤਰ੍ਹਾਂ ਦਾ ਲਵ ਹੈਗਾ ਜਿਹੜਾ ਆਪਾਂ ਦੂਸਰਿਆਂ ਨੂੰ ਸ਼ੋਅ ਕਰਦੇ ਹਾਂ ਕੰਪੈਸ਼ਨ ਸ਼ੋਅ ਕਰਦੇ ਹਾਂ that gives life significance ਜਿਹੜਾ ਕਿ ਇੱਕ ਲਾਈਫ ਨੂੰ ਬਹੁਤ ਹੀ ਜ਼ਿਆਦਾ ਇੰਪੋਰਟੈਂਸ ਦਿੰਦਾ ਹੈ it also contributes to a better world ਤੇ ਇਹ better world ਨੂੰ ਇਹਦੇ ਵਿੱਚ ਵੀ ਕੰਟਰੀਬਿਊਟ ਕਰਦਾ ਹੈ they spend ਮਤਲਬ children spend a majority portion of their childhood with their parents and teachers ਕਿ ਉਹ ਜ਼ਿਆਦਾਤਰ ਜਿਹੜਾ ਪੋਰਸ਼ਨ ਹੈ ਆਪਦੇ ਚਾਈਲਡਹੁੱਡ ਦਾ ਆਪਦੇ ਪੇਰੈਂਟਸ ਤੇ ਆਪਦੇ ਟੀਚਰਸ ਦੇ ਨਾਲ ਸਪੈਂਡ ਕਰਦੇ ਆ whom they regard as role models ਜਿਨ੍ਹਾਂ ਨੂੰ ਉਹ ਆਪਦਾ ਰੋਲ ਮਾਡਲ ਮੰਨਦੇ ਆ thus I believe both should set an example for them ਤਾਂ ਮੈਨੂੰ ਇਹ ਲੱਗਦਾ ਹੈ ਕਿ ਦੋਨਾਂ ਨੂੰ ਹੀ ਬੱਚਿਆਂ ਦੇ ਲਈ ਐਗਜ਼ਾਮਪਲ ਸੈੱਟ ਕਰਨਾ ਚਾਹੀਦਾ ਹੈ Our next question is, in what kind of professions do people help others more? ਕਿ ਕਿਸ ਟਾਈਪ ਦੇ professions ਦੇ ਵਿੱਚ ਲੋਕੀ ਇੱਕ ਦੂਜੇ ਦੀ ਜ਼ਿਆਦਾ ਹੈਲਪ ਕਰਦੇ ਆ helping people and pursuing a career actually do not go hand in hand ਕਿ ਇੱਕ ਤਾਂ ਕਰੀਅਰ ਵੀ ਨਾਲ ਚਲਾਉਣਾ ਤੇ ਨਾਲ ਲੋਕਾਂ ਦੀ ਹੈਲਪ ਕਰਨੀ ਐਕਚੁਅਲੀ ਇਹ ਵਿਨ ਸਿਚੁਏਸ਼ਨ ਨਹੀਂ ਲਾਈਕ ਦੋਨੋਂ ਇਕੱਠੇ ਨਹੀਂ ਹੋ ਸਕਦੇ ਇਫ ਯੂ ਆਰ ਟਰਾਈਂਗ ਟੂ ਹੈਲਪ ਐਨੀਵਨ ਜੇ ਤੁਸੀਂ ਕਿਸੇ ਦੀ ਹੈਲਪ ਕਰਨ ਦੀ ਟਰਾਈ ਕਰ ਰਹੇ ਹੋ ਇਟ ਸ਼ੁੱਡ ਬੀ ਫ੍ਰੀ ਆਫ ਕੋਸਟ ਤਾਂ ਇਹ ਫ੍ਰੀ ਆਫ ਕੋਸਟ ਹੋਣੀ ਚਾਹੀਦੀ ਹੈ ਅਦਰਵਾਈਜ਼ ਇਟ ਬਿਕਮਸ ਆਈਦਰ ਅ ਬਿਜ਼ਨਸ ਔਰ ਅ ਪ੍ਰੋਫੈਸ਼ਨ ਨਹੀਂ ਤਾਂ ਜਾਂ ਤਾਂ ਇਹ ਇੱਕ ਬਿਜ਼ਨਸ ਬਣ ਜਾਂਦਾ ਹੈ ਜਾਂ ਇੱਕ ਪ੍ਰੋਫੈਸ਼ਨ ਬਣ ਜਾਂਦਾ ਹੈ ਹਾਊਐਵਰ ਯਦਿਪੀ ਦੇਅਰ ਆਰ ਸਮ ਕਰੀਅਰਸ ਵਿਚ ਟੱਚ ਦ ਲਾਈਵਸ ਆਫ ਪੀਪਲ ਇੱਥੇ ਕੁਛ ਕਰੀਅਰਸ ਹੈਗੇ ਜਿਹੜੇ ਲੋਕਾਂ ਦੀ ਲਾਈਫ ਨੂੰ ਟੱਚ ਕਰਦੇ ਆ ਕਾਜ਼ਿੰਗ ਦੈਮ ਰਿਲੀਫ ਜਿਹੜੇ ਉਹਨਾਂ ਨੂੰ ਸ਼ਾਂਤੀ ਦਿੰਦੇ ਔਰ ਕ੍ਰੀਏਟਿੰਗ ਵੈਲਿਊ ਟੂ ਦੇਅਰ ਲਾਈਫਸ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਵੈਲਿਊ ਨੂੰ ਕ੍ਰੀਏਟ ਕਰਦੇ ਆ ਜਿਵੇਂ ਕਿ ਡਾਕਟਰਸ ਲਾਇਰਸ ਬੈਂਕਰਸ ਟੀਚਰਸ ਸੋਸ਼ਲ ਵਰਕਰਸ ਐਂਡ ਲਾਈਫ ਸਟਾਈਲ ਕੰਸਲਟੈਂਟਸ ਸੋ ਇਸ ਕੁਐਸਚਨ ਦੇ ਵਿੱਚ ਦੇਖੋ ਉਹਨਾਂ ਨੇ ਪੁੱਛਿਆ ਸੀਗਾ ਕਿ ਕਿਸ ਟਾਈਪ ਦੇ ਪ੍ਰੋਫੈਸ਼ਨਸ ਹੈ ਲੋਕਾਂ ਦੀ ਹੈਲਪ ਕਰਦੇ ਆ ਸੋ ਆਪਾਂ ਐਗਜ਼ਾਮੀਨਰ ਨੂੰ ਪਹਿਲਾਂ ਇਹ ਚੀਜ਼ ਦੱਸਣੀ ਆ ਕਿ ਹੈਲਪਿੰਗ ਜਿਹੜੀ ਹੈ ਤੇ ਇੱਕ ਕਰੀਅਰ ਪਰਸੂ ਇਹ ਹੈਂਡ ਇਨ ਹੈਂਡ ਨਹੀਂ ਹੋ ਸਕਦੇ ਲਾਈਕ ਇਕੱਠੇ ਨਹੀਂ ਚੱਲ ਸਕਦੇ ਕਿਉਂਕਿ ਜਿਹੜੀ ਹੈਲਪ ਆ ਉਹ ਫ੍ਰੀ ਆਫ ਕੋਸਟ ਕੀਤੀ ਜਾਂਦੀ ਹੈ ਬਟ ਫਿਰ ਵੀ ਕੁਛ ਇਹੋ ਜਿਹੇ ਬਿਜ਼ਨਸ ਹੈਗੇ ਆ ਕੁਛ ਪ੍ਰੋਫੈਸ਼ਨ ਹੈਗੇ ਆ ਮਤਲਬ ਜਿਹੜੇ ਕਿ ਲੋਕਾਂ ਨੂੰ ਅੱਛਾ ਰਿਲੀਫ ਦਿੰਦੇ ਆ ਰਿਲੈਕਸੇਸ਼ਨ ਦਿੰਦੇ ਆ ਲੋਕਾਂ ਦੀ ਵੈਲਿਊ ਹੁੰਦੀ ਹੈ ਤਾਂ ਉਹ ਕਿਸ ਟਾਈਪ ਦੇ ਆ ਜਿਵੇਂ ਕਿ ਬੈਂਕਰਸ ਹੋ ਗਏ ਟੀਚਰਸ ਹੋ ਗਏ ਸੋਸ਼ਲ ਵਰਕਰ ਤੇ ਲਾਈਫ ਸਟਾਈਲ ਕੰਸਲਟੈਂਟਸ ਤਾਂ ਕਿ ਜੇ ਤਾਂ ਤੁਸੀਂ ਇਹਨਾਂ ਨੂੰ ਜੇ ਐਗਜ਼ਾਮੀਨਰ ਨੂੰ ਤੁਸੀਂ ਡਾਇਰੈਕਟ ਦੱਸੋਗੇ ਕਿ ਹੈਲਪ ਸਿਰਫ ਮਤਲਬ ਲਾਇਰ ਕਰ ਸਕਦੇ ਆ ਡਾਕਟਰ ਕਰ ਸਕਦੇ ਤਾਂ ਨੈਕਸਟ ਕੁਐਸਚਨ ਐਗਜ਼ਾਮੀਨਰ ਦਾ ਹੋ ਸਕਦਾ ਹੈ ਕਿ ਹੈਲਪ ਤਾਂ ਵਿਦਆਊਟ ਕੋਸਟ ਕੀਤੀ ਜਾਂਦੀ ਹੈ ਸੋ ਹਾਊ ਯੂ ਕੁਡ ਸੇ ਦੈਟ ਸੋ ਉਸ ਟਾਈਮ ਤੁਹਾਨੂੰ ਆਨਸਰ ਕਰਨਾ ਥੋੜਾ ਜਿਹਾ ਮੁਸ਼ਕਿਲ ਹੋ ਜਾਊਗਾ ਬਿਕਾਜ਼ ਤੁਸੀਂ ਆਪਦੇ ਵਿਊ ਪੁਆਇੰਟ ਨੂੰ ਕੰਟਰਾਡਿਕਟ ਕਰੋਗੇ ਤਾਂ ਇਸ ਲਈ ਤੁਸੀਂ ਪਹਿਲਾਂ ਹੀ ਕੁਐਸਚਨ ਦੇ ਵਿੱਚ ਐਗਜ਼ਾਮੀਨਰ ਨੂੰ ਕਲੀਅਰਲੀ ਡਿਸਕ੍ਰਾਈਬ ਕਰ ਦਿਓ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤਾਂ ਉਸ ਨੂੰ ਕਲੀਅਰਲੀ
ਮੋਰਲੀ ਤੁਸੀਂ ਆਪਦੇ ਸਪੋਰਟ ਕਰ ਸਕਦੇ ਹੋ। Our next question is, why are some people willing to help others? ਕਿ ਕਿਉਂ ਕੁਝ ਲੋਕੀ ਦੂਸਰਿਆਂ ਦੀ ਹੈਲਪ ਕਰਨ ਲਈ willing ਰਹਿੰਦੇ ਹੈ। I would like to point out, ਮੈਂ ਇੱਥੇ ਇੱਕ ਗੱਲ ਕਹਿਣਾ ਚਾਹੂੰਗਾ, that individuals who are constantly willing to help others reap several benefits। ਉਹ ਬਹੁਤ ਸਾਰੇ benefits ਲੈਂਦੇ ਜਿਹੜੇ ਹਮੇਸ਼ਾ ਲੋਕਾਂ ਦੀ ਹੈਲਪ ਕਰਨ ਲਈ ਤਿਆਰ ਰਹਿੰਦੇ ਆ। when you help someone else, ਜਦੋਂ ਤੁਸੀਂ ਕਿਸੇ ਦੀ ਹੈਲਪ ਕਰਦੇ ਹੋ, you feel good about yourself, ਤਾਂ ਤੁਹਾਨੂੰ ਆਪਦੇ ਬਾਰੇ 'ਚ ਹੀ ਬਹੁਤ ਵਧੀਆ ਫੀਲ ਹੁੰਦਾ ਹੈ। the individual you have aided ਮਤਲਬ ਹੈਲਪ, ਜਿਹਨੂੰ ਤੁਸੀਂ ਹੈਲਪ ਕਰ ਚੁੱਕੇ ਹੋ, will likewise feel good as a result of your actions। ਤਾਂ ਉਸ ਬੰਦੇ ਨੂੰ ਵੀ ਬਹੁਤ ਵਧੀਆ ਫੀਲ ਹੋਊਗਾ ਕਿਉਂਕਿ ਤੁਹਾਡੇ ਐਕਸ਼ਨਸ ਦਾ ਕਰਕੇ। you will have a great sense of belonging and connection as a result of this। ਤੇ ਤੁਹਾਨੂੰ ਬੜੀ ਹੀ ਆਪਦੇ ਅੱਛੇ ਕਨੈਕਸ਼ਨਸ ਉਹਦੇ ਨਾਲ ਜਾਂ ਇਨਰ ਸੈਟਿਸਫੈਕਸ਼ਨ ਮਹਿਸੂਸ ਹੋਊਗੀ। ਹੈਲਪਿੰਗ ਅਦਰਸ ਇਜ਼ ਨਾਟ ਓਨਲੀ ਬੈਨੀਫੀਸ਼ੀਅਲ ਟੂ ਯੂਰ ਹੈਲਥ, ਕਿ ਜਿਹੜਾ ਦੂਸਰਿਆਂ ਦੀ ਹੈਲਪ ਕਰਨਾ ਹੈ ਉਹ ਸਿਰਫ ਤੁਹਾਡੀ ਹੈਲਥ ਨੂੰ ਹੀ ਬੈਨੀਫੀਸ਼ੀਅਲ ਨਹੀਂ ਆ, ਬਟ ਇਟ ਕੈਨ ਆਲਸੋ ਐਕਸਟੈਂਡ ਯੂਰ ਲਾਈਫ। ਇਹ ਤੁਹਾਡੀ ਲਾਈਫ ਨੂੰ ਵੀ ਵਧਾਉਂਦਾ ਹੈ। ਹਿਊਮਨਸ ਹੈਵ ਆਲਵੇਜ਼ ਬੀਨ ਔਨ ਅ ਕੁਐਸਟ ਟੂ ਡਿਸਕਵਰ ਦਾ ਮੀਨਿੰਗ ਆਫ ਲਾਈਫ। ਤੇ ਜਿਹੜੇ ਹਿਊਮਨ ਹੈਗੇ ਆ ਉਹ ਹਮੇਸ਼ਾ ਕੁਐਸਟ ਹੁੰਦੀ ਹੈ, ਲਾਲਸਾ, ਲਸਟ ਕਹਿ ਸਕਦੇ ਹੋ, ਇੱਕ ਲਾਈਫ ਦਾ ਮੀਨਿੰਗ ਲੱਭਣ ਦੇ ਵਿੱਚ ਲੱਗੇ ਰਹਿੰਦੇ ਆ। ਇਟ ਅਪੀਅਰਸ ਟੂ ਬੀ ਲਿੰਕਡ ਟੂ ਹੈਲਪਿੰਗ ਅਦਰਸ। ਤੇ ਇਹ ਚੀਜ਼ ਕਿਹਦੇ ਨਾਲ ਲਿੰਕ ਕਰਦੀ ਹੈ? ਦੂਸਰਿਆਂ ਨੂੰ ਹੈਲਪ ਕਰਨ ਨਾਲ ਲਿੰਕ ਕਰਦੀ ਹੈ, ਅਕੋਰਡਿੰਗ ਟੂ ਦਾ ਰਿਸਰਚ। ਸੋ ਇਸ ਕੁਐਸਚਨ ਦੇ ਵਿੱਚ ਵੀ ਦੇਖੋ, ਜਿਹੜੇ ਸਟੂਡੈਂਟ 5.5 6 ਔਰ 6.5 ਬੈਂਡ ਸਕੋਰ ਲੈਂਦੇ ਉਹ ਨੋਰਮਲ ਆਨਸਰ ਕਰਦੇ ਕਿ ਸਮ ਪੀਪਲ ਵਾਂਟ ਹੈਪੀਨੈਸ ਐਂਡ ਸਮ ਪੀਪਲ ਵਾਂਟ ਸੈਟਿਸਫੈਕਸ਼ਨ, ਦੈਟਸ ਵਾਈ ਦੇ ਹੈਲਪ ਅਦਰਸ, ਸਮ ਫੀਲ ਗੁੱਡ, ਦੈਟਸ ਵਾਈ ਦੇ give help to others। but if you want 7.5 or 8 band score in your speaking, so you have to speak like this। ਤੁਹਾਨੂੰ ਇਸ ਤਰ੍ਹਾਂ ਬੋਲਣਾ ਹੀ ਪੈਣਾ ਕਿ ਉਹਨਾਂ ਨੂੰ ਆਪਦੇ ਆਪ ਅੱਛਾ ਲੱਗ ਰਿਹਾ, ਉਹਨਾਂ ਦੇ ਬੌਂਡਿੰਗਸ ਅੱਛੇ ਹੁੰਦੇ ਆ, ਸੋਸ਼ਲ ਕਨੈਕਸ਼ਨਸ ਵੱਧਦੇ ਆ, ਉਹਨਾਂ ਦੀ ਲਾਈਫ ਵੀ ਐਕਸਟੈਂਡ ਹੁੰਦੀ ਆ, ਉਹ ਹੈਲਦੀ ਵੀ ਰਹਿੰਦੇ ਆ ਕਿਉਂਕਿ ਲੋਕੀ ਆਪਦਾ ਮੀਨਿੰਗ ਲੱਭਦੇ ਆ ਆਪਦੀ ਜ਼ਿੰਦਗੀ ਦਾ। ਸੋ ਦੈਟਸ ਵਾਈ ਰਿਸਰਚ ਨੇ ਕਿਹਾ ਹੈ ਕਿ ਇਟ ਅਪੀਅਰਸ ਟੂ ਬੀ ਲਿੰਕ ਟੂ ਹੈਲਪਿੰਗ ਅਦਰਸ। ਸੋ ਯੂ ਹੈਵ ਟੂ ਗਿਵ ਦ ਆਨਸਰਸ ਲਾਈਕ ਦਿਸ। let's move to the next question। what jobs are well paid? ਕਿ ਕਿਸ ਟਾਈਪ ਦੀਆਂ ਜੌਬਸ ਜਿਹੜੀਆਂ ਉਹ well paid ਹੁੰਦੀਆਂ? so that's very simple question। jobs that require a high degree of or years of experience pay more to the employee। ਉਹਨਾਂ ਨੇ ਕਿਹਾ ਕਿ ਜਿਹੜੀਆਂ ਜੌਬਸ ਜ਼ਿਆਦਾ ਹਾਈ ਡਿਗਰੀ ਮੰਗਦੀਆਂ ਤੇ ਐਕਸਪੀਰੀਅੰਸ ਮੰਗਦੀਆਂ ਇੰਪਲੋਈ ਨੂੰ ਜ਼ਿਆਦਾ ਪੇ ਕਰਦੀਆਂ। ਅਪਾਰਟ ਫਰੋਮ ਦੈਟ, ਇਸ ਤੋਂ ਇਲਾਵਾ ਇਟ ਇਜ਼ entirely dependent on a person's ability। ਇਹ ਪੂਰੀ ਤਰ੍ਹਾਂ ਬੰਦੇ ਦੀ ਐਬਿਲਿਟੀ ਤੇ ਡਿਪੈਂਡ ਕਰਦੇ ਜਿਵੇਂ such as those of doctor, engineer or business manager। so this is a quite simple answer। next, what are the impacts of pandemic or epidemic on the workplace ਦੇ ਕੀ ਇਫੈਕਟਸ ਪਏ ਆ? so the outbreak has halted business operation। halt ਹੁੰਦਾ ਰੋਕਣਾ, ਕਿ ਜਿਹੜਾ ਇਹ ਆਊਟਬ੍ਰੇਕ ਹੋਇਆ ਇਹਨੇ ਬਿਜ਼ਨਸ ਆਪਰੇਸ਼ਨਸ ਨੂੰ ਰੋਕਤਾ ਐਂਡ rendered many individuals jobless। ਤੇ ਬਹੁਤ ਸਾਰੇ ਲੋਕਾਂ ਨੂੰ ਜੌਬਲੈਸ ਵੀ ਬਣਾ ਦਿੱਤਾ। people in various parts of the world are beginning to work from remote locations। ਤੇ ਬਹੁਤ ਸਾਰੇ ਪਾਰਟਸ ਦੇ ਵਿੱਚ, ਵਰਲਡ ਦੇ ਬਹੁਤ ਸਾਰੇ ਪਾਰਟਸ ਦੇ ਵਿੱਚ ਜਿਹੜੇ ਲੋਕੀ ਹੈ ਉਹਨਾਂ ਨੇ ਕੰਮ ਜਿਹੜਾ ਉਹ ਰਿਮੋਟ ਲੋਕੇਸ਼ਨ ਤੋਂ ਕਰਨਾ ਸਟਾਰਟ ਕੀਤਾ। many people lost their employment as business went bankrupt। ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਲੋਕੀ ਹੈ ਜਿਨ੍ਹਾਂ ਨੇ ਆਪਦੀ ਇੰਪਲੋਇਮੈਂਟ ਖੋਤੀ ਕਿਉਂਕਿ ਜਿਹੜੇ ਬਿਜ਼ਨਸ ਹੈਗੇ ਆ ਉਹ ਬੈਂਕਰਪਟ ਹੋ ਗਏ, ਜਿਵੇਂ ਕਿ ਉਹਦਾ ਦਿਵਾਲੀਆ ਨਿਕਲ ਗਿਆ ਉਹਨਾਂ ਦਾ। and thousands of people around the world had ਸਾਈਕੋਲੋਜੀਕਲ ਕ੍ਰਾਈਸਿਸ। ਤੇ ਬਹੁਤ ਸਾਰੇ ਲੋਕੀ ਆ ਵਰਲਡ ਦੇ ਵਿੱਚ ਜਿਨ੍ਹਾਂ ਨੂੰ ਸਾਈਕੋਲੋਜੀਕਲ ਕ੍ਰਾਈਸਿਸ ਹੋ ਗਏ ਐਜ਼ ਅ ਰਿਜ਼ਲਟ ਆਫ layoffs, isolation and loneliness। the pandemic brought with its some opportunities। but ਉਹਨਾਂ ਨੇ ਕਿਹਾ ਹੈ ਕਿ ਜਿਹੜੇ ਪੈਂਡੈਮਿਕ ਹੈ ਉਹ ਆਪਦੇ ਨਾਲ ਕੁਛ opportunities ਵੀ ਲੈ ਕੇ ਆਏ ਆ। working from home allows you to spend more time with your family। ਕਿ ਜਿਹੜਾ ਘਰੋਂ ਕੰਮ ਕਰਨਾ ਹੈ ਉਹ ਆਪਾਂ ਨੂੰ ਜ਼ਿਆਦਾ ਟਾਈਮ ਦਿੰਦਾ ਹੈ ਕਿ ਆਪਾਂ ਆਪਣੀ ਫੈਮਿਲੀ ਨਾਲ ਸਪੈਂਡ ਕਰ ਸਕੀਏ by avoiding transportation in a typical large office areas। less traffic and office attendance means less pollution and energy saving। so ਇਸ ਟਾਈਪ ਦਾ ਵੀ workplace ਤੇ ਇਫੈਕਟ ਪਿਆ। perhaps this is why some businesses are having trouble getting their employees back to work after the lockdown। ਤੇ ਕਈ ਇਹੀ ਇੱਕ ਰੀਜ਼ਨਸ ਹੈ ਕਿ ਕੁਝ ਕੰਪਨੀਜ਼ ਜਿਹੜੀਆਂ ਉਹਨਾਂ ਨੂੰ ਬਹੁਤ ਹੀ ਟਰਬਲ ਮੁਸ਼ਕਿਲ ਫੀਲ ਹੋ ਰਿਹਾ ਹੈ ਕਿ ਉਹ ਆਪਦੇ ਇੰਪਲੋਈਜ਼ ਨੂੰ ਵਾਪਸ ਆਪਦੇ ਕੰਮ ਉੱਤੇ ਲੈ ਆਉਣ ਆਫਟਰ ਦਾ ਲੋਕਡਾਊਨ। so you could see here there are some precise answers of the question।
ਸੋ ਇਹਨਾਂ ਨੂੰ ਮੈਂ ਤੁਹਾਨੂੰ ਚੰਗੀ ਤਰ੍ਹਾਂ ਐਲੈਬੋਰੇਟ ਕੀਤਾ। ਫਿਰ ਵੀ ਜੇ ਤੁਹਾਨੂੰ ਕੋਈ ਕੁਐਸਚਨ ਨਹੀਂ ਸਮਝ ਆਇਆ ਸੋ ਯੂ ਕੈਨ ਆਸਕ ਮੀ ਇਨ ਦ ਕਮੈਂਟ ਬਾਕਸ। ਬਟ ਤੁਹਾਨੂੰ ਇਸ ਟਾਈਪ ਦੇ ਆਨਸਰਸ ਐਗਜ਼ਾਮੀਨਰ ਨੂੰ ਕਰਨੇ ਹੀ ਪੈਣਗੇ ਇਫ ਯੂ ਵਾਂਟ 7.5 or 8 ਬੈਂਡ ਸਕੋਰ, ਬਿਕਾਜ਼ ਤੁਸੀਂ ਪ੍ਰੀਸਾਈਜ਼ ਆਨਸਰ ਹੀ ਉਹਨਾਂ ਨੂੰ ਕਰਨਾ ਹੈ ਵਿਦ ਅ wide range of vocabulary and by maintaining cohesion and coherence. So please keep in your mind always that you have to maintain cohesion and coherence in your speaking and in your writing as well. So ਜੇ ਤੁਹਾਡੀ speaking ਸਾਰੇ ਮੋਡਿਊਲ ਇੱਕ ਦੂਜੇ ਤੇ ਡਿਪੈਂਡ ਕਰਦੇ ਆ, ਸੋ ਜੇ ਤੁਹਾਡੀ ਸਪੀਕਿੰਗ ਅੱਛੀ ਹੋਊਗੀ ਦੈਨ ਡੈਫੀਨੇਟਲੀ ਤੁਹਾਡੀ ਰਾਈਟਿੰਗ ਵੀ ਬਹੁਤ ਅੱਛੀ ਜਾਊਗੀ। ਸੋ if you need some another help then you can message me, and if you are new on my channel then you can subscribe and watch my another videos. So now it's time to end the video, so bye bye, let's meet in the next video, this time tomorrow. So bye, have a nice day.